ਸਭ ਤੋਂ ਪਹਿਲਾਂ ਤਾਂ ਉਸ ਮਹਾਨ ਪਰਮੇਸ਼ਰ ਦੀ ਵਡਿਆਈ ਹੋਵੇ ਔਰ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ YouTube ਚੈਨਲ ਮਾਈ ਸਪਿਰਿਚੁਅਲ ਡਾਇਰੀ ਉੱਪਰ। ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਤੁਸੀਂ ਵੱਖ-ਵੱਖ ਪ੍ਰਕਾਰ ਦੀਆਂ ਵੀਡੀਓਜ਼ ਨੂੰ ਦੇਖਿਆ ਆ ਔਰ ਸੁਣਿਆ ਆ, ਜਿਹਦੇ ਵਿੱਚ ਕੁਝ ਹਿੰਦੀ ਦੇ ਵਿੱਚ, ਕੁਝ ਇੰਗਲਿਸ਼ ਦੇ ਵਿੱਚ, ਪਰ ਜੋ ਇਹ ਅੱਜ ਦੀ ਵੀਡੀਓ ਆ ਇਸ ਨੂੰ ਮੈਂ ਪੰਜਾਬੀ ਦੇ ਵਿੱਚ ਬਣਾ ਰਿਹਾ ਆ। ਇਸ ਕਰਕੇ ਬਣਾ ਰਿਹਾ ਹਾਂ ਕਿ ਜੋ ਇਹ ਅੱਜ ਦੀ ਵੀਡੀਓ ਆ ਇਹ ਬਹੁਤ ਹੀ ਦਿਲਚਸਪ ਹੈ, ਇਹ ਬਹੁਤ ਹੀ ਸੁਣਨ ਵਾਲੀ ਆ, ਕਿਉਂਕਿ ਇਸ ਵੀਡੀਓ ਨੂੰ ਸੁਣਨ ਦੇ ਬਾਅਦ ਤੁਸੀਂ ਜਾਣ ਸਕੋਗੇ ਕਿ ਜੋ ਇੱਕ ਇਨਸਾਨ ਦੀ ਜ਼ਿੰਦਗੀ ਆ, ਇੱਕ ਇਨਸਾਨ ਦਾ ਜੀਵਨ ਆ, ਜਿਸ ਨੂੰ ਉਹ ਹਨੇਰੇ ਵਿੱਚ ਲੈ ਕੇ ਚੱਲਣਾ ਚਾਹੁੰਦਾ ਆ ਔਰ ਉਸ ਜੀਵਨ ਦੇ ਵਿੱਚ ਜੋ ਉਹ ਪਾਪ ਕਰਦਾ ਆ, ਸ਼ੈਤਾਨੀ ਕੰਮ ਕਰਦਾ ਆ, ਜੋ ਉਸ ਨੂੰ ਖੁਸ਼ੀ ਦਿੰਦੇ ਆ, ਥੋੜਾ ਆਨੰਦ ਦਿੰਦੇ ਆ, ਪਰ ਉਸ ਤੋਂ ਬਾਅਦ ਫਿਰ ਇੱਕ ਅੰਧਕਾਰ ਆ, ਇੱਕ ਹਨੇਰਾ ਆ ਜੋ ਵਿਅਕਤੀ ਨੂੰ, ਇੱਕ ਇਨਸਾਨ ਨੂੰ ਆਣ ਕੇ ਦਬਾ ਲੈਂਦਾ ਆ। ਸੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਇੱਕ ਅਜਿਹੇ ਵਿਅਕਤੀ ਦੇ ਬਾਰੇ, ਅਜਿਹੇ ਇੱਕ ਇਨਸਾਨ ਦੇ ਬਾਰੇ ਅਸੀਂ ਦੇਖਾਂਗੇ, ਅਸੀਂ ਸੁਣਾਂਗੇ, ਜਿਸ ਦਾ ਜੀਵਨ ਬਹੁਤ ਹੀ ਇੱਕ ਜੋ ਪਾਪ ਦਾ ਡੂੰਘਾ ਟੋਇਆ ਸੀ ਉਸ ਵਿੱਚ ਪਿਆ ਹੋਇਆ ਸੀ ਔਰ ਕਿਸ ਪ੍ਰਕਾਰ ਉਹਦਾ ਜੀਵਨ ਜੋ ਸ਼ੈਤਾਨੀ ਕੰਮਾਂ ਦੇ ਨਾਲ ਭਰਿਆ ਸੀ, ਪਰਮੇਸ਼ਰ ਨੇ, ਖੁਦਾ ਨੇ ਉਸ ਨੂੰ ਰੌਸ਼ਨੀ ਵਿੱਚ ਲੈ ਕੇ ਆਂਦਾ। ਸੋ ਤੁਸੀਂ ਇਸ ਵੀਡੀਓ ਨੂੰ ਲਗਾਤਾਰ ਵੇਖਦੇ ਰਹੋ, ਸੁਣਦੇ ਰਹੋ ਔਰ ਜੋ ਸਵਾਲ ਤੁਸੀਂ ਹੁਣ ਸਕਰੀਨ ਦੇ ਉੱਪਰ ਵੇਖ ਰਹੇ ਹੋ ਕਿ ਤੁਸੀਂ ਵੀ ਅੰਧਕਾਰ ਦੇ ਵਿੱਚੋਂ, ਹਨੇਰੇ ਵਿੱਚੋਂ ਨਿਕਲ ਕੇ ਚਾਨਣ ਦੇ ਵਿੱਚ, ਰੌਸ਼ਨੀ ਵਿੱਚ ਆਉਣਾ ਚਾਹੁੰਦੇ ਹੋ। ਸੋ ਇਹ ਜਿਹੜਾ ਸਵਾਲ ਆ, ਜੋ ਪ੍ਰਸ਼ਨ ਹੈ, ਇਹ ਉਸ ਵਿਅਕਤੀ ਦਾ ਆ, ਉਸ ਇਨਸਾਨ ਦਾ ਆ, ਜਿਸ ਦੇ ਜੀਵਨ ਦੇ ਬਾਰੇ ਅਸੀਂ ਅੱਜ ਸੁਣਾਂਗੇ। ਉਸ ਵਿਅਕਤੀ ਦੀ ਜੀਵਨ ਦੀ ਇਹ ਜਿੰਦਾ ਗਵਾਹੀ ਆ ਕਿ ਉਹ ਇਨਸਾਨ ਕਿਸ ਪ੍ਰਕਾਰ ਆਪਣੇ ਜੀਵਨ ਨੂੰ ਸ਼ੈਤਾਨ ਨੂੰ ਲੈ ਕੇ ਚੱਲਦਾ ਸੀ। ਅਸੀਂ ਬਹੁਤਿਆਂ ਨੇ ਸ਼ੈਤਾਨ ਦੇ ਬਾਰੇ ਸੁਣਿਆ ਹੋਵੇਗਾ, ਲੇਕਿਨ ਇਸ ਵਿਅਕਤੀ ਨੇ ਸ਼ੈਤਾਨ ਨੂੰ ਆਪਣੇ ਸੱਜੇ ਪਾਸੇ ਬੈਠਾ, ਆਪਣੇ ਸਾਹਮਣੇ ਬੈਠਾ ਦੇਖਿਆ। ਇਸ ਵਿਅਕਤੀ ਦਾ ਕਹਿਣਾ ਆ ਕਿ ਸ਼ੈਤਾਨ ਮੇਰੇ ਸਾਹਮਣੇ ਆ ਕੇ ਗੱਲਾਂ ਕਰਦਾ ਸੀ। ਉਸ ਦਾ ਕਹਿਣਾ ਆ ਕਿ ਉਸਨੇ ਸ਼ੈਤਾਨ ਨੂੰ ਆਪਣਾ ਬਾਪ, ਆਪਣਾ ਪਿਓ ਮੰਨਿਆ, ਜਿਸ ਦੇ ਲਈ ਇਸ ਇਨਸਾਨ ਨੇ, ਜਿਸ ਦੇ ਬਾਰੇ ਅਸੀਂ ਸੁਣਾਂਗੇ ਅੱਜ, ਆਪਣੇ ਅਸਲੀ ਬਾਪ, ਆਪਣੇ ਅਸਲੀ ਪਿਓ ਦਾ ਕਤਲ, ਆਪਣੇ ਅਸਲੀ ਪਿਓ ਦੀ ਬਲੀ ਸ਼ੈਤਾਨ ਨੂੰ ਦੇ ਦਿੱਤੀ। ਚਾਹੇ ਕੋਈ ਵੀ ਇਨਸਾਨ ਕਿੰਨਾ ਵੀ ਬੁਰਾ ਕਿਉਂ ਨਾ ਆਵੇ, ਤੋ ਵੀ ਉਹ ਇਨਸਾਨ ਆਪਣੇ ਬਾਪ ਦੀ ਬਲੀ ਨਹੀਂ ਦਿੰਦਾ। ਲੇਕਿਨ ਇਸ ਵਿਅਕਤੀ ਨੇ ਆਪ ਸ਼ੈਤਾਨ ਨੂੰ ਬਾਪ ਮੰਨਦੇ ਹੋਏ ਆਪਣੇ ਜੋ ਅਸਲੀ ਬਾਪ ਆ, ਪਿਤਾ ਆ, ਉਹਦੀ ਵੀ ਬਲੀ ਚੜਾ ਦਿੱਤੀ। ਸੋ ਅੱਜ ਅਸੀਂ ਇਸ ਦਰਦਨਾਕ ਇੱਕ ਗਵਾਹੀ ਨੂੰ ਸੁਣਾਂਗੇ ਔਰ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਦੇਖੋਗੇ ਔਰ ਤੁਹਾਨੂੰ ਜਾਣਕਾਰੀ ਮਿਲੇਗੀ ਕਿਸ ਪ੍ਰਕਾਰ ਜਿਹੜਾ ਪਰਮੇਸ਼ਰ ਆ ਉਹ ਸਾਡੇ ਜੀਵਨ ਦੇ ਵਿੱਚ ਕੰਮ ਕਰ ਸਕਦਾ ਹੈ। ਸੋ ਇਹ ਜੋ ਅੱਜ ਦਾ ਜੋ ਵੀਡੀਓ ਆ ਇਹ ਅੰਗਰੇਜ਼ੀ ਦੇ ਵਿੱਚ ਆ, ਪਰ ਅਸੀਂ ਇਸ ਨੂੰ ਆਪਣੀ ਭਾਸ਼ਾ ਪੰਜਾਬੀ 'ਚ ਸੁਣਾਂਗੇ ਤਾਂ ਕਿ ਸਾਨੂੰ ਇਸ ਜੋ ਉਸ ਵਿਅਕਤੀ ਦੀ ਗਵਾਹੀ ਹੈ ਸਾਨੂੰ ਸਮਝ ਆ ਸਕੇ। तो आइए शुरू करिए। आओ मैं तुहानूं विखाउणा, देखो मरियम दा, यीशु दा मूर्ति है
ਸਟੈਚੂ ਆ, ਪਰ ਇਹ ਸਿਰਫ ਮੂਰਤੀਆਂ ਹੈ, ਇਹਨਾਂ ਵਿੱਚ ਜਾਨ ਨਹੀਂ ਹੈਗੀ। ਤੁਸੀਂ ਦੇਖ ਸਕਦੇ ਹੋ ਇਸ ਨੂੰ ਗਾਰਡੀਅਨ ਐਂਜਲ ਮਾਈਕਲ ਬੋਲਦੇ ਆ, ਪਰ ਅਸਲ ਵਿੱਚ ਮਾਈਕਲ ਹੈ ਨਹੀਂ ਹੈ। ਇਹ ਜੋ ਸਮਾਨ ਤੁਸੀਂ ਵੇਖ ਰਹੇ ਹੋ ਇਹਨੂੰ ਸੈਂਟੇਰੀਆ, ਜੋ ਸਾਰਾ ਜਾਦੂਗਰ ਦਾ ਸਮਾਨ ਆ, ਔਰ ਇਸ ਨੂੰ ਕੈਲਡੀਰੋ ਬੋਲਦੇ ਆ, ਜਿਸ ਨੂੰ ਜਾਦੂ ਦੇ ਲਈ ਇਸਤੇਮਾਲ ਕੀਤਾ ਜਾਂਦਾ ਆ, ਸਮਝਾਉਣ ਦੇ ਲਈ। ਜਿਵੇਂ ਜੋ ਮਿਲਾਪ ਵਾਲਾ ਤੰਬੂ, ਉਹਦੇ ਵਿੱਚ ਜੋ ਸਮਾਨ ਆ, ਪਰ ਅਸੀਂ ਇਸ ਨੂੰ ਉਸਦੇ ਨਾਲ ਮੇਲ ਨਹੀਂ ਸਕਦੇ ਕਿਉਂਕਿ ਇਹ ਸ਼ੈਤਾਨ ਦਾ ਹੈ। ਸੋ ਅਸੀਂ ਇਸ ਵਿਅਕਤੀ ਦੇ ਜੀਵਨ ਦੀ ਗਵਾਹੀ ਦੇ ਬਾਰੇ ਸੁਣਾਂਗੇ, ਔਰ ਇਸ ਦੇ ਲਈ ਮੈਂ ਇਸ ਨੂੰ ਪੰਜਾਬੀ ਦੇ ਵਿੱਚ ਬੋਲਦਾ ਜਾਵਾਂਗਾ। ਸੋ ਤੁਸੀਂ ਧਿਆਨ ਦੇ ਕੇ ਸੁਣਨਾ। ਸੋ ਜਦ ਮੈਂ 7 ਜਾਂ 8 ਸਾਲ ਦਾ ਸੀ ਤਾਂ ਮੈਂ ਜਵਾਨ ਸੀ, ਔਰ ਜੋ ਮੇਰਾ ਪਿਤਾ ਸੀ, ਮੇਰਾ ਬਾਪ ਸੀ, ਉਹ ਵੀ ਇੱਕ ਸ਼ੈਤਾਨ ਦਾ ਪੁਜਾਰੀ ਸੀ, ਔਰ ਉਸ ਆਪਣੇ ਬਾਪ ਨੂੰ ਮੈਂ ਸ਼ੈਤਾਨ ਦੀ ਪੂਜਾ ਕਰਦੇ ਦੇਖਿਆ, ਸੁਣਿਆ, ਔਰ ਮੈਂ ਇੱਕ ਲੜਕੇ ਦੀ ਬਲੀ ਵੀ ਚੜ੍ਹਦੇ ਵੇਖੀ। ਉਸ ਨੂੰ ਬਹੁਤ ਵਾਰ ਉਹਨੂੰ ਮਾਰਿਆ ਗਿਆ ਸੀ ਮੇਰੇ ਸਾਹਮਣੇ, ਤਾਂ ਮੈਂ ਘਬਰਾ ਗਿਆ ਸੀ, ਡਰ ਗਿਆ ਸੀ। ਤਾਂ ਜਦ ਮੈਂ ਆਪਣੇ ਘਰ ਆਉਂਦਾ ਸੀ ਤਾਂ ਮੈਂ ਕਮਰੇ 'ਚ ਬੈਠਦਾ ਸੀ, ਆਪਣੇ ਬਾਪ ਨੂੰ ਸ਼ੈਤਾਨ ਦੇ ਕੰਮ ਕਰਦੇ ਵੇਖਦਾ ਸੀ। ਤਾਂ ਮੈਂ ਫਿਰ ਇਸ ਚੀਜ਼ ਦੇ ਵਿੱਚ ਇਨਵੋਲਵ ਹੋ ਗਿਆ। ਉਸ ਤੋਂ ਬਾਅਦ ਮੈਂ ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਸ਼ੈਤਾਨ ਦੀ ਭਗਤੀ ਕਰਦਾ ਸੀ। ਤਾਂ ਜਦ ਮੈਂ ਭਗਤੀ ਕਰਦਾ ਸੀ, ਭਗਤੀ ਕਰਨ ਦੇ ਬਾਅਦ ਮੈਂ ਜੋ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਤਕਰੀਬਨ ਮੈਨੂੰ ਯਾਦ ਹੈ ਕਿ ਮੈਂ 9-10 ਸਾਲ ਦੀ ਉਮਰ ਦੇ ਵਿੱਚ ਆਪਣਾ ਜੀਵਨ ਮੈਂ ਸ਼ੈਤਾਨ ਨੂੰ ਸੌਂਪ ਦਿੱਤਾ ਸੀ, ਔਰ ਮੈਂ ਸ਼ੈਤਾਨ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲਿਆ ਸੀ। ਹੁਣ ਤੁਹਾਨੂੰ ਮੈਂ ਉਹ ਜਗ੍ਹਾ ਦਿਖਾਉਣਾ, ਤੁਸੀਂ ਜਗ੍ਹਾ ਦੇਖ ਸਕਦੇ ਹੋ। ਇਹ ਉਹ ਜਗ੍ਹਾ ਆ ਜਿੱਥੇ ਮੈਂ ਆਪਣੀ ਇੱਕ ਫਰੈਂਡ ਦੀ ਮਾਂ ਨੂੰ ਜੋ ਮਰਦੇ ਵੇਖਿਆ, ਉਹਨੂੰ ਮੈਂ ਬਲੀ ਚੜ੍ਹਦੇ ਦੇਖਿਆ, ਜਾਂ ਉਹਦਾ ਕਤਲ ਹੁੰਦੇ ਵੇਖਿਆ, ਤਾਂ ਮੈਂ ਬਹੁਤ ਘਬਰਾ ਗਿਆ ਸੀ। ਇਹ ਸਭ ਕੁਛ ਜੋ ਤੁਸੀਂ ਸਾਹਮਣੇ ਘਰ ਦੇਖਿਆ ਹੈ, ਇਹਦੇ ਵਿੱਚ ਹੋਇਆ ਸੀ। ਤਾਂ ਉਸ ਤੋਂ ਬਾਅਦ ਇੱਕ ਦਿਨ ਮੈਂ ਅਤੇ ਮੇਰਾ ਭਰਾ ਅਸੀਂ ਸਕੂਲ ਤੋਂ ਆ ਰਹੇ ਸੀ, ਤਾਂ ਮੈਂ ਵੇਖਿਆ ਕਿ ਗਲੀ ਦੇ ਵਿੱਚ, ਇੱਕ ਸਟਰੀਟ ਦੇ ਵਿੱਚ ਕੁਛ ਪਾਦਰੀ ਲੋਕ, ਕੁਛ ਪਾਸਟਰ ਲੋਕ ਪਰਮੇਸ਼ਰ ਦੀ ਵਡਿਆਈ ਕਰ ਰਹੇ ਆ, ਔਰ ਉਹ ਬਾਈਬਲ ਦੇ ਵਿੱਚੋਂ ਕੁਛ ਕਹਾਣੀਆਂ ਦੱਸ ਰਹੇ ਸੀ ਕਿ ਪਰਮੇਸ਼ਰ ਤੁਹਾਨੂੰ ਪਿਆਰ ਕਰਦਾ ਆ, ਤੁਹਾਨੂੰ ਬੁਲਾਉਂਦਾ ਹੈ, ਤੁਹਾਨੂੰ ਛਡਾਉਣਾ ਚਾਹੁੰਦਾ ਆ। ਤਾਂ ਇਹ ਸਭ ਕੁਝ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਾ, ਔਰ ਮੇਰਾ ਮਨ ਬਦਲਿਆ ਕਿ ਸ਼ਾਇਦ ਪਰਮੇਸ਼ਰ ਮੈਨੂੰ ਬਚਾਉਣਾ ਚਾਹੁੰਦਾ ਹੈ, ਸ਼ਾਇਦ ਪਰਮੇਸ਼ਰ ਮੇਰੀ ਫੈਮਿਲੀ ਨੂੰ ਇਸ ਅੰਧਕਾਰ ਤੋਂ ਬਚਾਉਣਾ ਚਾਹੁੰਦਾ ਹੈ। ਸੋ ਜਦ ਉਹ ਸਭ ਪ੍ਰਾਰਥਨਾ ਕਰ ਰਹੇ ਸੀ, ਤਦ ਮੈਂ ਜਦੋਂ ਪ੍ਰਾਰਥਨਾ ਦੇ ਵਿੱਚ ਆਪਣੇ ਘੁਟਨੇ ਟੇਕੇ, ਤਾਂ ਪਾਸਟਰ ਪਾਦਰੀ ਸਟੇਜ ਦੇ ਉੱਪਰ ਪ੍ਰਾਰਥਨਾ ਕਰ ਰਹੇ ਸੀ। ਮੈਂ ਦੇਖਿਆ ਕਿ ਉਹ ਮੇਰੇ ਕੋਲ ਆਉਣਗੇ, ਮੇਰੇ ਸਿਰ ਦੇ ਉੱਪਰ ਆਣ ਕੇ ਹੱਥ ਰੱਖਣਗੇ ਕਿ ਪਰਮੇਸ਼ਰ ਤੁਹਾਨੂੰ ਬਚਾਉਣਾ ਚਾਹੁੰਦਾ ਹੈ। ਤਾਂ ਮੈਂ ਜਦ ਘੁਟਨੇ ਟੇਕੇ ਪ੍ਰਾਰਥਨਾ ਕਰ ਰਿਹਾ ਸੀ, ਉਹ ਭੀੜ ਦੇ ਵਿੱਚ ਪਾਸਟਰ ਆਏ, ਜਦੋਂ ਮੇਰੇ ਅੱਗੋਂ ਦੀ ਲੰਘੇ, ਮੇਰੇ ਉੱਪਰ ਉਹਨੇ ਹੱਥ ਨਹੀਂ ਰੱਖਿਆ, ਪ੍ਰਾਰਥਨਾ ਨਹੀਂ ਕੀਤੀ। ਤਾਂ ਇਸ ਸੀਨ ਨੂੰ ਵੇਖ ਕੇ, ਇਸ ਦ੍ਰਿਸ਼ ਨੂੰ ਵੇਖ ਕੇ ਮੇਰਾ ਮਨ ਟੁੱਟ ਗਿਆ। ਤਾਂ ਮੈਂ ਰੋਂਦਾ ਰੋਂਦਾ ਉਸ ਜਗ੍ਹਾ ਤੋਂ ਵਾਪਸ ਆਪਣੇ ਘਰ ਨੂੰ ਆਇਆ, ਔਰ ਆ ਕੇ ਵੇਖਿਆ ਕਿ ਯੀਸ਼ੂ ਮਸੀਹ ਮੈਨੂੰ ਨਹੀਂ ਬਚਾਉਣਾ ਚਾਹੁੰਦਾ, ਯੀਸ਼ੂ ਮਸੀਹ ਮੇਰੀ ਫੈਮਿਲੀ ਨੂੰ ਨਹੀਂ ਬਚਾਉਣਾ ਚਾਹੁੰਦਾ। ਯੀਸ਼ੂ ਮਸੀਹ ਵੀ ਉਵੇਂ ਹੀ ਹੈ ਜਿਵੇਂ ਮੇਰਾ ਬਾਪ ਮੈਨੂੰ ਪਿਆਰ ਕਰਦਾ ਹੈ, ਮਤਲਬ ਦਾ। ਸੋ ਇਹ ਸਭ ਮੇਰੇ ਵਿਚਾਰ ਮੇਰੇ ਅੰਦਰ ਆ ਸੀ, ਕਿਉਂਕਿ ਅੰਦਰ ਟੁੱਟ ਚੁੱਕਾ ਸੀ। ਸੋ ਪੂਰੇ ਇੱਕ ਹਫ਼ਤੇ ਦੇ ਬਾਅਦ ਜਦ ਮੈਂ ਬਾਹਰ ਨਿਕਲਿਆ ਤਾਂ ਮੇਰੇ ਅਚਾਨਕ ਪੈਰਾਂ ਦੇ ਵਿੱਚ ਇੱਕ ਮਾਲਾ ਪਈ ਸੀ, ਜੋ ਮੈਂ ਗਲ ਦੇ ਵਿੱਚ ਪਾ ਲਈ। ਉਸ ਤੋਂ ਬਾਅਦ ਇੱਕ ਦਿਨ ਮੈਂ ਆਪਣੇ ਭਰਾ ਦੇ ਨਾਲ ਟਰੋਟ ਰੀਡਿੰਗਸ ਦੇ ਲਈ ਗਿਆ। ਉਸ ਜਗ੍ਹਾ ਦੇ ਉੱਪਰ ਜਦ ਗੇਮ ਹੁੰਦੀ ਸੀ, ਇੱਕ ਕੰਪੀਟੀਸ਼ਨ ਦਾ ਮੈਂ ਜਿੱਤ ਗਿਆ। ਤਾਂ ਉਸ ਜਗ੍ਹਾ ਦੇ ਉੱਪਰ ਇੱਕ ਜਾਦੂਗਰਨੀ ਸੀ। ਉਸ ਜਾਦੂਗਰਨੀ ਜਦ ਮੈਂ ਵਾਪਸ ਘਰ ਆਏ ਤਾਂ ਉਹ ਸਾਡੇ ਘਰ ਆਈ, ਤਾਂ ਆ ਕੇ ਮੇਰੀ ਮਾਂ ਨੂੰ ਬੋਲਿਆ ਕਿ ਸਾਨੂੰ ਇਸ ਲੜਕੇ ਦੀ ਜ਼ਰੂਰਤ ਹੈ, ਇਹ ਲੜਕੇ ਦੀ ਸਾਨੂੰ ਲੋੜ ਹੈ,
ਤੁਸੀਂ ਸਾਨੂੰ ਇਹ ਲੜਕਾ ਦੇ ਦਿਓ। तो मेरी माँ ने बहुत मना किया, नहीं। उन्होंने मैं एक डर पाया, जेकर तुसी अपने लड़के नूं सानू नहीं दिओगे तो ये अखां दी रोशनी चले जाएगी। सो ये सब सुन के मेरी माँ बहुत दुख हुई, बहुत चिंतित हुई। सो मेरी माँ नूं रात नूं नींद नहीं आई। फिर मेरी माँ ने जो साडे घर विच सोफा सी उसनूं 250 अमरीकी डॉलर ਦੇ ਵਿੱਚ ਵੇਚ ਕੇ ਮੈਨੂੰ ट्रेनिंग ਲਈ ਭੇਜ ਦਿੱਤਾ। ਸਾਡੇ ਘਰ ਗਰੀਬੀ ਨਹੀਂ ਸੀ ਕਿ ਮੇਰੀ ਮਾਂ ਦੇ ਲਈ ਸੌਣ ਦੇ ਲਈ ਬੈੱਡ ਵੀ ਨਹੀਂ ਸੀ। ਉਸ ਤੋਂ ਬਾਅਦ ਉਸ ट्रेनिंग ਦੇ ਵਿੱਚ ਮੈਨੂੰ 5 ਜੋ ਨੈਕਲਸ ਮੇਰੇ ਪਾਏ ਗਏ ਔਰ ਮੈਨੂੰ ਸਿਖਾਇਆ ਗਿਆ, ਇਹੀ ਅੱਜ ਤੋਂ ਤੇਰਾ ਪਰਮੇਸ਼ਰ ਹੈ, ਇਹੀ ਅੱਜ ਤੋਂ ਤੈਨੂੰ ਸੰਭਾਲੇਗਾ। ਸੋ ਉਸ ਤੋਂ ਬਾਅਦ 11 ਸਾਲ ਦੀ ਉਮਰ ਦੇ ਵਿੱਚ ਮੈਂ ਆਪਣਾ ਜੀਵਨ ਸ਼ੈਤਾਨ ਨੂੰ ਸੌਂਪ ਦਿੱਤਾ। और ये वो जगह है जो तुसी वेख रहे हो, जिस जगह दे विच मैं अपने फैमिली दे नाल रहिंदा सी, मैं अपने परिवार दे नाल रहिंदा सी। और यही वो जगह आ जिथे मैं, और ये जो जगह है पूरी शैतान दे कम्मां वास्ते असी यूज़ करते सी। और सानू परिवार दे नाल, मेरी फैमिली दे नाल मैनूं भी सिखाया जांदा सी कि किवें जादू किवें सीखना आ, किसी नूं शैतान की आत्मा नूं बुलाउणा किवें आ। तो मैं अपने जब मैं 13 साल का सी, मैं अपना जीवन शैतान नूं सौंप दिता सी। तो एवें दा मैं कर लिया सी कि मैं अपनी आत्मा नूं दूजी जगह ते लैके जांदा सी। और मैं सोचदा सी कि ये वैश्वा बने, मर्डर वास्ते, किसी नूं लुट्टण दे लई, किसी दी बीमारी पाउण दे लई, सब कुछ करन दे लई मैं करदा सी। और मैं चाहुंदा सी कि मैं एक न्यूयॉर्क का वड्डा शैतान बना। और मैं हॉस्पिटल के जाके भी लोगों को बीमारियों के नाल श्रापित किया, ताकि जो मेरा शैतान का लैवल है, जो मेरा अहुदा है, वो बहुत वड्डा हो जाए। शैतान नूं मैं अपना प्यो मनन के कारण शैतान ने मेरे तो मेरे बाप की बलि मंगी, तो मैं अपने प्यो की बलि शैतान नूं दित्ती। शैतान ने मेरे बाप नूं किया मार दिता, क्योंकि शैतान ने मैनूं कहा सी कि मैं पुराने नूं खत्म करके तैनूं नवां दिता है, यानी कि मेरा खुद बाप शैतान बन गया। सो ये जगह आ जिथे मेरे बाप की हत्या की गई, मेरे बाप के मूँह के उपर गोली मारी गई, किसी लेडी के कारण, किसी औरत के कारण। सो ये जगह तुसीं वेख रहे हो, जिसते मैं अपनी मम्मा के नाल, अपनी माता के नाल मैं इस जगह के उपर आउंदा सी। तो ये जगह तुसीं सामने वेख रहे हो, जिस जगह ते मेरे बाप की हत्या की गई। उस तो बाद मैं शैतान दे नाल सारी रात बैठ के गल्लां करदा सी। जिवें हुण मैं तुहाडे नाल आमो सामने गल्लां कर रहा, तो शैतान मैनूं काम दिंदा सी। मैं अपनी आत्मा दे विच जाके और नाइट क्लब विच जाके मैं देखदा सी कि किन्नू अंधकार दे वास्ते विच करना है, किन्नू नाश करना है। तो मैं उन्हां दा भविख दस दिंदा सी, मैं उन्हां नूं उन्हां दे आउण वाले जीवन च घटनावां दस दिंदा सी। पर उन्होंने ये नहीं सी पता कि मैं कौन, क्योंकि मेरे अंदर शैतान दियाँ दुष्ट आत्मा हज़ारां दी तादाद नाल शक्तियाँ काम करदियां सी। सो मैं हफ्ते दी एक बार बलि दिंदा सी जानवर दी। पर जदों कदे कदे पैसे नहीं सी हुंदे तो मैं अपने खून बलि की जगह पर पींदा सी। साडी टीम दे विच काम करने वाले कुछ डॉक्टर्स या कुछ लॉयर्स, कुछ एडवोकेट, कुछ सिंगर ये भी हुंदे सी। और मैं अपनी आत्मा के नाल एक जगह तो दूजी जगह दे विच जाके शैतानी कदे कदे मैं दुष्ट शक्तियां दे नाल इन्ना हो जांदा सी, भर जांदा सी कि मैं परमेश्वर नूं चैलेंज करता सी कि मेरे नाल अड़ के लड़, मेरे नाल आके हिम्मत तो कुछ करके दिखा। सो ये सब करदा सी। तो मेरी जिहड़ा शादी आ, जो मेरा विआह आ, वो भी हैलोवीन दे एक प्रथा दे विच होया। मैं अपने शादी विच इंसानां नूं बुलाया, पर कोई भी इंसान मेरी शादी विच आ नहीं सकिया, सब डरदे सी। और मैं ते मेरी पत्नी जो जादूगरनी सी, शैतान सी, असी अपनी बेटी नूं भी एक शैतान दा काम करन वाला असी बनाउणा चाहुंदे सी। और मैनू अजे भी याद है, शैतान मेरे नाल कार दे विच बैठा सी और शैतान ने मैनू कहा कि तू मैनू प्यार करदा है। तो मैं बोला हाँ बाप, मैं तेनों प्यार करदा है।
तो मैनू याद है कि जब मैं पहली बार शैतान की मनुख की बलि आपके हत्थां नाल देनी सी, तो शैतान मैनू बोलिया कि अपने घर की छत उपर जा। तो मैनू याद है कि 12वीं मंजिल के उपर मैं गया, उत्थे एक इंसान है जो तेनों मारना चाहुंदा है। सो पूरी तरह शैतान दी शक्तियाँ मेरे अंदर सी वस गईयां, और वो जो इंसान सी वो काफ़ी शक्तिशाली सी, और मेरे को एक भांडा सी जिहदे विच 9 हथियार लगभग पए सी, जिहदे विच हर प्रकार के 9 तरह के हमले हुंदे आ। पर जिवें मैं उपर गया उन्होंने मैं मारन लगा तो इंसान शुक करके घर की छत के थल्लों दी डिग पिया। तो इस तरह मैं जो मेरी पहली इंसान की बलि सी मैं नहीं चढ़ा सकिया। ये जो जगह तुसी वेख रहे हो, तुसी वेखो ये भी एक शैतान है, ये उपर कुछ लिखा गया है। सो ये दूसरा शैतान है जिहड़ा नरक दे वल जो दरवाज़ा खोलता है, और जिसके बारे में अपनी बुक दे विच लिखा है ये छोटा दुष्ट आत्मा है। आओ होर दिखाना, अगे चलो। ये वो दुष्ट आत्मा जो खेती के उपर राज करता है, दूसरे पासे जो इस्लाम के उपर राज करता वो अगले है। आओ लोगों को फसाउण दा तरीका, द ट्रुथ आसा आ रहा ना तुहानूं, ये लोगों को फसाउण दा तरीका है। और जो उपर देख रहे हो जो तारा बनया है, ये भी शैतान का एक निशान है। सो ये लोगों को फसाउंदे आ। तुसी कोई भी जादू टोना करते तो इस जगह तुसी समान लै सकते हो। इस जगह का नाम ब्रिटानिका आ, जो ब्रॉन्स के विच रहिंदी है। सो आओ हुण आपां अंदर चल के देखते हैं कि ये सब किवें दा दिखदा है, सानूं इत्थों की समान मिल सकदा। मैं परवाह नहीं करता तुसी जेकर नाम दे ईसाई हो, कैथलिक हो, मसीह हो या बलीवर हो ये बारे। जेकर मैं सोच लिया कि तुहानूं मारना तो तुहानूं मरना पऊगा जब तक तुहाडा मसीह दे नाल जीवित संबंध नहीं है। सो एक दिन एक औरत मेरी बिल्डिंग के नीचे रहिंदी सी, और मैनूं आके बोली कि एक औरत आ जिस दे नाल मेरा पति धोखा कर रहा है, तो उन्होंने औरत नूं मारना, तो उन्होंने मारन दे लई किन्ने पैसे लोगे। तो मैं बोलिया कि $10,000 लवांगा, पर फिर भी मैं उन्होंने बोलिया कि मैं अपने बाप शैतान नूं पुछ के वेख लवांगा। तो फिर औरत जब 2 दिन के बाद आई तो मैं फिर उन्होंने बोलिया कि शैतान ने मैनूं बोलिया सी मेरे बाप ने कि 21 मोमबत्तियां लैनियां कालियां, एक कफन लेना, तो 21 दिन बाद वह अंतिम संस्कार होगा। तो जदों आई तो मैं बोलिया कि तू मेरी गवांढ है ना, तो फिर मैं तेनों 10,000 की जगह $7,021 लाऊंगा। पर जदों वापस गई तो बोली कि वह क्रिश्चियन है, मसीह है। तो मैं बोलिया कि मैं उन्होंने जे क्रिश्चियन है तो मैं उन्होंने फ्री च मारूंगा, मैं तेरे तो कोई पैसा नहीं लूँगा, चाहे जो मर्जी हो मैं उन्होंने फ्री दे विच ही मारना। सो मैं फैसला ले लिया। सो उस तो बाद जब कि वो 21 दिन पे 21 दिन के बाद वो मरी नहीं, तो मैं बड़ा परेशान, बड़ा अजीब शैतान नूं मैं होर वड्डियां शक्तियां नूं बुलाया। तो 21 दिन बाद उन्होंने फिर भी कुछ नहीं होया। तो मैं इन्ना कि मैं गुस्से दे विच आ गया, तो मैं अपने बड़े बाप शैतान नूं बुलाया। तो मैं आके बोलिया भी की हो रहा मेरे दे नाल, मैं क्यों नहीं उन्होंने मार पा रहा। तो शैतान ने मैनूं बोलिया तू समझण की कोशिश कर, जिस परमेश्वर की वो सेवा करदी आ वो जीवता परमेश्वर आ, और वो परमेश्वर उन्होंने कदे भी कला नहीं छड्डदा। तो मैं सोचा कि 2 हफ्ते और लेना। मैं 2 हफ्ते बाद अपनी पूरी वाल आई, अपनिया होर शक्तियां नूं, होर शैतान नूं बुलाया, वड्डे शैतान नूं बुलाया। पर फिर भी मैनूं शैतान ने बोलिया कि असीं उसका नुकसान नहीं कर सकते, क्योंकि जो उहदा परमेश्वर आ वो उहनूं कदे भी इकल्लिया नहीं छड्डदा। आओ मेरे नाल आओ, मैं तुहानूं विखाउणा आ कि इहदे अंदर की हुंदा है। सो ये आ इजबल, इस धर्म की इजबल आ जो ये काम करती है। ये काम किवें करदे आ दिखाना मैं तुहानूं। ये मूर्तियां आ जो इसका कोई मतलब नहीं, पर इसके पिछे भी एक कहानी है, क्योंकि जे मैं इस दे नाल अपने आप नूं पहचान देना चाहुंदा आ तो मैनूं एक आत्मा की लोड़ है। सो जो आत्मा इस स्टैचू के द्वारा की करदी हो काम करदी, क्योंकि मैं एक इंसान है वो एक आत्मा। सो उस आत्मा नूं मेरे नाल संबंध बनाउण दे लई उन्हां नूं इहदे पिछों दी होके या इधर विचों दी होके काम करना पैंदा है, क्योंकि ये इंसानां की तरह दिखदे आ पर है नहीं है। पर जिहड़ा ये शैतान आ वो इस द्वारा काम करदा है। सेम स्टोरी इन्हां दे नाल है।
ਸੋ ਇਹਨਾਂ ਨੂੰ ਬਾਅਦ ਵਿੱਚ ਇਹਨਾਂ ਦੇ ਨਾਮ ਦਿੱਤੇ ਜਾਂਦੇ ਆ, ਫਿਰ ਇਹਨਾਂ ਦਾ ਜਨਮ ਦਿਨ ਹੁੰਦਾ ਆ, ਫਿਰ ਇਹਨਾਂ ਦੇ ਹਰ ਤਿਉਹਾਰ ਮਨਾਏ ਜਾਂਦੇ ਆ। ਸੋ ਜਿਹੜਾ ਇਨਸਾਨ ਹੈ ਕਿਸ ਪ੍ਰਕਾਰ ਕੀ ਜੰਗਲ 'ਚ ਫਸ ਜਾਂਦਾ, ਤਾਂ ਇਹ ਮੂਰਤੀਆਂ ਕੀ ਕਰਦੀਆਂ, ਇਹਨਾਂ ਦੇ ਸ਼ੈਤਾਨ ਹੋ ਕੇ ਜੋ ਧਰਮ ਦਾ ਸੰਚਾਲਕ ਕਰਦਾ ਆ। ਸੋ ਇਸ ਜਗ੍ਹਾ ਦੇ ਵਿੱਚ ਕਿਵੇਂ ਲੋਕਾਂ ਨੂੰ ਭਰਮਾਇਆ ਜਾਂਦਾ, ਸ਼ੈਤਾਨ ਕਰਦਾ ਹੈ। ਸੋ ਇਸ ਜਗ੍ਹਾ ਨੂੰ ਅਸੀਂ ਪਵਿੱਤਰ ਨਹੀਂ ਕਹਿ ਸਕਦੇ ਸਿਵਾਏ ਪਰਮੇਸ਼ਰ ਦੇ ਲੋਕਾਂ ਦੇ। ਸੋ ਮੇਰੇ ਨਾਲ ਦੇਖੋ, ਉਹ ਵੁੱਡੂ ਆ, ਇੱਕ ਕਾਲਾ ਜਾਦੂ ਕਰਕੇ ਇਸ ਮੂਰਤੀਆਂ ਨੂੰ ਸ਼ੁੱਧ ਕੀਤਾ ਜਾਂਦਾ ਆ, ਕਰਕੇ ਲੋਕ ਆਪਣੇ ਘਰਾਂ 'ਚ ਲੈ ਕੇ ਜਾਂਦੇ ਆ। ਤੁਸੀਂ ਦੇਖ ਸਕਦੇ ਹੋ ਕੁਛ ਪ੍ਰਾਰਥਨਾਵਾਂ ਦੀਆਂ ਕਿਤਾਬਾਂ ਆ, ਤਾਂ ਲੋਕ ਸਮਝਦੇ ਕਿ ਉਹ ਪ੍ਰਾਰਥਨਾਵਾਂ ਪਰਮੇਸ਼ਰ ਦੇ ਹਜ਼ੂਰ ਪਹੁੰਚ ਰਹੀ ਆ। ਸੋ ਵੀ ਇੱਕ ਕਿਤਾਬ ਆ ਜੋ ਮੈਂ ਵੀ ਪੜ੍ਹਿਆ ਕਰਦਾ ਸੀ, ਪਰ ਇਹਦੇ ਵਿੱਚ ਕੁਛ ਵੀ ਬਾਈਬਲ ਦੇ ਜੋ ਵਿੱਚ ਹੈ ਕੁਛ ਜ਼ਿਕਰ ਨਹੀਂ ਆਉਂਦਾ। ਮੈਂ ਨਿਊਯਾਰਕ ਦੇ ਵਿੱਚ ਤੀਸਰੇ ਨੰਬਰ ਦਾ ਉਹ ਵਿਅਕਤੀ ਸੀ ਜਿਹਦੇ ਕੋਲ ਇੱਕ ਐਸੀ ਕਿਤਾਬ ਸੀ ਜਿਹਦੇ ਵਿੱਚ ਕੁਛ ਨਵੇਂ ਨਿਸ਼ਾਨ ਬਣੇ ਸੀ, ਔਰ ਕਿਵੇਂ ਲੋਕਾਂ ਨੂੰ ਸਿਖਾਇਆ ਸਕਦਾ ਹੈ ਉਹ ਤੰਤਰ ਮੰਤਰ ਔਰ ਜਾਦੂਗਰ, ਔਰ ਕਿਸੇ ਕੋਲ ਵੀ ਉਸ ਤਰ੍ਹਾਂ ਦੀ ਕਿਤਾਬ ਨਹੀਂ ਸੀ ਰੱਖ ਸਕਦਾ, ਕਿਉਂਕਿ ਜਦ ਤੱਕ ਸ਼ੈਤਾਨ ਖੁਦ ਉਹਨੂੰ ਮਨਜ਼ੂਰੀ ਨਾ ਦੇਵੇ ਉਹ ਕਿਤਾਬ ਕੋਈ ਵੀ ਨਹੀਂ ਕਰ ਸਕਦਾ। ਸੋ ਇਹਦੇ ਮੈਂ ਨਿਸ਼ਾਨਾਂ ਨੂੰ ਇਸਤੇਮਾਲ ਕਰਦਾ ਸੀ। ਇਹਨਾਂ ਨੇ ਮੈਂ ਤਾਂ ਕਿ ਲੋਕਾਂ ਨੂੰ ਮੈਂ ਬਿਮਾਰ ਕਰਾਂ, ਲੋਕਾਂ ਨੂੰ ਮੈਂ ਮਾਰਾਂ। ਮੈਂ ਕਈਆਂ ਨੂੰ ਕੈਂਸਰ ਦੀ ਦਿੱਤੀ, ਕਈਆਂ ਨੂੰ ਮੈਂ ਗਰਭਪਾਤ ਦੀ ਜਿਹੜਾ ਸ਼ਰਾਪ ਦਿੱਤਾ, ਉਹ ਆਤਮਾ ਉਹਨਾਂ ਨੂੰ ਭੇਜ ਦਿੱਤਾ ਤਾਂ ਕਿ ਲੋਕ ਬਿਨਾਂ ਆਪਰੇਸ਼ਨ ਦੇ ਵਿੱਚ ਵੀ ਲੋਕ ਸਰਜਰੀ ਜਾਣ। ਤਾਂ ਮੈਂ ਦੁਸ਼ਟ ਆਤਮਾ ਦੇ ਸਹਾਇਤਾ ਦੇ ਨਾਲ ਲੋਕਾਂ ਦੇ ਅੰਦਰ ਬਾਈਪੋਲਰ ਦੀ, ਸਿਜ਼ੋਫਰੇਨੀਆ ਦੀ, ਸੁਸਾਈਡ ਆਤਮ ਹੱਤਿਆ ਕਰਨ ਦੀ ਆਤਮਾ ਨੂੰ ਵੀ ਭੇਜਿਆ। ਮੈਂ ਸ਼ੈਤਾਨ ਆਪਣੇ ਪਿਤਾ ਦੇ ਨਾਲ ਸਾਰੀ ਰਾਤ ਗੱਲਾਂ ਕਰਦਾ ਸੀ। ਅੱਜ ਕੱਲ੍ਹ ਦੇ ਮਸੀਹ ਲੋਕ ਸਿਰਫ 1 ਘੰਟਾ ਪ੍ਰਾਰਥਨਾ ਕਰਦੇ ਚਰਚ ਜਾਂਦੇ ਆ, ਇੰਨਾ ਹੀ ਕਾਫੀ ਨਹੀਂ ਹੈ। ਜੇਕਰ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਿੱਚ ਨਹੀਂ ਢੱਕੇ ਹੋ, ਤੁਸੀਂ ਸੁਰੱਖਿਅਤ ਨਹੀਂ ਹੋ। ਜਿਹੜੇ ਗਲਤ ਉਪਦੇਸ਼ ਵਾਲੇ ਆ, ਗਲਤ ਸਿੱਖਿਆ ਦੇਣ ਵਾਲੇ ਆ, ਜਾਂ ਨਾਸਤਿਕ ਲੋਕ ਆ, ਜਾਂ ਉਹ ਲੋਕ ਜਿਹੜੇ ਮੰਨਦੇ ਕਿ ਪਰਮੇਸ਼ਰ ਹੈ ਹੀ ਨਹੀਂ ਆ, ਸ਼ੈਤਾਨ ਹੈ ਨਹੀਂ ਆ, ਉਹਨਾਂ ਲੋਕਾਂ ਨੂੰ ਮੈਂ ਆਸਾਨੀ ਨਾਲ ਮਾਰ ਸਕਦੇ ਸੀ। ਸੋ ਇੱਕ ਦਿਨ ਇੱਕ ਨਿੱਕੀ ਟਰੂਸ ਨਾਮ ਦਾ ਇੱਕ ਜੋ ਸੰਗੀਤ ਸੀ ਉਹ ਚੱਲ ਰਿਹਾ ਸੀ, ਉਹਦੇ ਵਿੱਚ ਕੁਛ ਬੱਚੇ ਲੋਕ ਪਰਮੇਸ਼ਰ ਦੀ ਵਡਿਆਈ ਕਰ ਰਹੇ ਸੀ। ਤਾਂ ਮੈਂ ਜਦ ਬਾਹਰ ਗਿਆ ਤਾਂ ਉਹ ਬੱਚਿਆਂ ਨੂੰ ਜੋ ਸੁਣਦੇ ਨੂੰ ਵੇਖਿਆ ਕਿ ਕਿਵੇਂ ਪਰਮੇਸ਼ਰ ਦੀ ਵਡਿਆਈ ਕਰ ਰਹੇ, ਤਾਂ ਮੈਂ ਉਹਨਾਂ ਨੂੰ ਮਾਰਨਾ ਚਾਹਿਆ। ਲੇਕਿਨ ਜਦ ਮੈਂ ਉਹਨਾਂ ਨੂੰ ਮਾਰਨਾ ਚਾਹਿਆ, ਉਹਨਾਂ ਨੂੰ ਹਮਲਾ ਕਰਨਾ ਚਾਹਿਆ, ਤਾਂ ਮੈਨੂੰ ਇੱਕ ਅੱਗ ਉਹਨਾਂ ਦੇ ਦੁਆਲੇ ਮੈਨੂੰ ਦਿਖਾਈ ਦਿੱਤੀ। ਤਾਂ ਮੈਂ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਮੈਂ ਛੂਹ ਨਹੀਂ ਸੀ ਪਾ ਰਿਹਾ, ਕਿਉਂਕਿ ਜੋ ਉਹਨਾਂ ਦੇ ਦੁਆਲੇ ਉਹ ਅੱਗ ਚੱਲ ਰਹੀ ਸੀ ਉਹ ਪਰਮੇਸ਼ਰ ਦੀ ਉਹਨਾਂ ਦੇ ਲਈ ਸੁਰੱਖਿਆ ਸੀ। ਸੋ ਬਿਨਾਂ ਨੁਕਸਾਨ ਕੀਤੇ ਉਹਨਾਂ ਦਾ ਮੈਨੂੰ ਉੱਥੋਂ ਵਾਪਸ ਆਉਣਾ ਪਿਆ। ਤਾਂ ਕੀ ਆਤਮਾ ਸਾਨੂੰ ਦੇਖ ਰਹੀਆਂ? ਹਾਂ, ਉਹ ਆਤਮਾ ਸਾਨੂੰ ਇੱਥੇ ਵੇਖ ਰਹੀਆਂ ਆ। ਹਾਂ, ਅਸੀਂ ਬਿਲਕੁਲ ਇਸ ਜਗ੍ਹਾ 'ਤੇ ਸੁਰੱਖਿਅਤ ਹਾਂ, ਕਿਉਂਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਨਾਲ ਟੱਕੇ ਹੋਏ ਹਾਂ, ਕਿਉਂਕਿ ਸਾਡੇ ਦੁਆਲੇ ਪਰਮੇਸ਼ਰ ਨੇ ਇੱਕ ਸੁਰੱਖਿਆ ਦਾ ਵਾੜਾ ਲਗਾਇਆ। ਅਸੀਂ ਇੱਥੋਂ ਦੀਆਂ ਦੁਸ਼ਟ ਆਤਮਾਵਾਂ ਦੀਆਂ ਸ਼ਕਤੀਆਂ ਨੂੰ ਬੰਨ੍ਹ ਸਕਦੇ ਹਾਂ, ਔਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ ਉਹਨਾਂ ਨੂੰ ਆਪਣੇ ਅਧਿਕਾਰ 'ਚ ਲੈ ਸਕਦੇ ਹਾਂ। ਮੇਰੇ ਕੋਲ ਬਹੁਤ ਪੈਸਾ ਸੀ, ਮੈਂ ਬਹੁਤ ਵੱਡਾ ਆਦਮੀ ਸੀ, ਮੇਰੇ ਕੋਲ ਬਹੁਤ ਸੋਹਣੀਆਂ ਲੜਕੀਆਂ ਵੀ ਬਹੁਤ ਸੀ। ਤਾਂ ਮੇਰੇ ਜਿਹੜੇ ਗੁਆਂਢ ਸੀ, ਜਿਹੜੇ ਆਂਢ ਗੁਆਂਢ ਦੇ ਲੋਕ, ਉਹ ਸਾਰੇ ਡਰਦੇ ਸੀ, ਔਰ ਮੈਨੂੰ ਸਾਰੇ ਬੋਲਦੇ ਸੀ ਕਿ ਜੇਕਰ ਤੁਸੀਂ ਇਹਦੇ ਨਾਲ ਪੰਗਾ ਲਾਓਗੇ ਤਾਂ ਤੁਹਾਨੂੰ ਇਹ ਗੋਲੀ ਨਹੀਂ ਮਾਰੂਗਾ, ਤੁਹਾਨੂੰ ਰਾਤ ਨੂੰ ਆ ਕੇ ਤੁਹਾਨੂੰ ਸੁੱਤੇ ਪਏ ਤੁਹਾਨੂੰ ਆ ਕੇ ਖ਼ਤਮ ਕਰ ਦਊਗਾ। ਸੋ ਇਸ ਕਰਕੇ ਸਭ ਡਰਦੇ, ਇੱਥੋਂ ਤੱਕ ਕਿ ਜਿਹੜੀ ਪੁਲਿਸ, ਜਿਹੜੀ ਸਿਕਿਉਰਿਟੀ, ਉਹ ਵੀ ਮੇਰੇ ਤੋਂ ਇਹ ਡਰਦੀ ਸੀ। ਅਤੇ ਲੋਕ ਇਹ ਮੰਨਦੇ ਸੀ ਕਿ ਇਹਦੇ ਨਾਲ ਪੰਗਾ ਨਹੀਂ ਲੈਣਾ, ਇਹ ਸ਼ੈਤਾਨ ਦਾ ਬੱਚਾ ਆ। ਤਾਂ ਮੈਂ ਕਈਆਂ ਮਸੀਹਾਂ ਨੂੰ ਗੋਡਿਆਂ 'ਤੇ ਲੈਣ ਦਾ, ਪ੍ਰਾਰਥਨਾ ਦੇ ਲਈ ਨਹੀਂ, ਪਰ ਉਹਨਾਂ ਨੂੰ ਮਾਰਨ ਦੇ ਲਈ, ਮੈਨੂੰ ਗਲਤ ਨਹੀਂ ਸਮਝਣਾ। ਪਰਮੇਸ਼ਰ ਕਮਜ਼ੋਰ ਨਹੀਂ ਆ, ਪਰ ਜੋ ਬਰਤਨ ਆ ਉਹ ਕਮਜ਼ੋਰ ਆ, ਕਿਉਂਕਿ ਇੱਕ ਮਸੀਹ ਜੀਵਨ ਦੇ ਵਿੱਚ ਨਾ ਤਾਂ ਉਪਵਾਸ ਹੈ, ਨਾ ਪ੍ਰਾਰਥਨਾ ਹੈ, ਨਾ ਆਤਮਾ ਦੀ ਸ਼ਕਤੀ ਹੈ। ਪਰਮੇਸ਼ਰ ਕਮਜ਼ੋਰ ਨਹੀਂ ਆ, ਲੇਕਿਨ ਜੋ ਵਿਅਕਤੀ ਆ ਉਹ ਕਮਜ਼ੋਰ ਆ, ਉਹ ਨਿਰਬਲ ਹੈ, ਉਹਦੇ ਕੋਲ ਬਾਈਬਲ ਵੀ ਆ। ਇਸ ਤਰ੍ਹਾਂ ਕਿੰਨੇ ਕੱਚੇ ਵਿਸ਼ਵਾਸੀਆਂ ਨੂੰ, ਕਿੰਨੇ ਕੱਚੇ ਮਸੀਹਾਂ ਨੂੰ ਮੈਂ ਮਾਰਿਆ
ਇੱਕ ਚਰਚ ਚੋਂ ਦੂਸਰੇ ਚਰਚ 'ਚ ਉਹਨਾਂ ਨੂੰ ਮੈਂ ਉਹਨਾਂ ਦਾ ਨੁਕਸਾਨ ਕੀਤਾ, ਉਹਨਾਂ ਨੂੰ ਪਰਮੇਸ਼ਰ ਤੋਂ ਅਲੱਗ ਕੀਤਾ। ਸੋ ਇਹ ਉਹ ਜਗ੍ਹਾ ਆ ਜਿੱਥੇ ਦੁਸ਼ਟ ਆਤਮਾ ਦਾ ਗੜ੍ਹ ਸੀ, ਔਰ ਲੋਕ ਇਸ ਜਗ੍ਹਾ 'ਤੇ ਆਣ ਕੇ $100-200 ਲੈ ਕੇ ਜਾਦੂ ਟੂਣਾ ਕਰਦੇ ਸੀ ਤਾਂ ਕਿ ਉਹਨਾਂ ਨੂੰ ਸ਼ਾਂਤੀ ਮਿਲ ਸਕੇ, ਉਹਨਾਂ ਨੂੰ ਤਰੱਕੀ ਮਿਲ ਸਕੇ, ਪਰ ਉਹ ਇਸ ਦੇ ਨਾਲ ਉਹ ਆਪਣਾ ਹੀ ਨੁਕਸਾਨ ਕਰਦੇ ਸੀ। ਲੇਕਿਨ ਜੋ ਪਰਮੇਸ਼ਰ ਆ ਉਹ ਸਾਨੂੰ ਇਹ ਸਭ ਕੁਛ ਪੈਸੇ ਦਾ ਲੈ ਕੇ ਨਹੀਂ, ਸਭ ਕੁਛ ਸਾਨੂੰ ਫਰੀ ਦੇ ਵਿੱਚ ਦੇਣਾ ਚਾਹੁੰਦਾ ਹੈ ਤਾਂ ਕਿ ਅਸੀਂ ਪਰਮੇਸ਼ਰ ਤੋਂ ਹਮੇਸ਼ਾ ਦੀ ਸੱਚੀ ਜ਼ਿੰਦਗੀ, ਸੱਚੀ ਸ਼ਾਂਤੀ ਪਾ ਸਕੀਏ। ਸੋ ਅਸੀਂ ਹੁਣ ਜੋ ਇਹ ਜਗ੍ਹਾ ਤੁਸੀਂ ਵੇਖ ਰਹੇ ਹੋ, ਇਹ ਜਗ੍ਹਾ ਸ਼ੈਤਾਨ ਦਾ ਗੜ੍ਹ ਹੈ, ਪਰ ਹੁਣ ਇਹ ਜਗ੍ਹਾ ਲੋਕਡਾਊਨ ਹੋ ਚੁੱਕੀ ਹੈ। ਇਸ ਕਰਕੇ ਇਸ ਜਗ੍ਹਾ ਤੋਂ ਹਰ ਪ੍ਰਕਾਰ ਦਾ ਜਾਦੂ ਟੂਣਾ ਕੀ ਹੈ ਉਹ ਕੀਤਾ ਜਾਂਦਾ ਸੀ, ਔਰ ਮੈਂ ਇਸ ਜਗ੍ਹਾ 'ਤੇ ਆਇਆ ਕਰਦਾ ਸੀ ਸ਼ੈਤਾਨ ਦੇ ਹਰ ਕੰਮ ਨੂੰ ਕਰ। ਹੈਤੀ ਦੇ ਉੱਪਰ ਦੁਸ਼ਟ ਆਤਮਾ ਸੀ ਜੋ ਉਹਦੇ ਨਾਲ ਮੇਰਾ ਸੰਪਰਕ ਸੀ, ਜਿਹਦਾ ਨਾਮ ਸੀ ਕੈਂਡੇਲੋ, ਔਰ ਮਿਆਮੀ ਦੀਆਂ ਦੁਸ਼ਟ ਆਤਮਾ ਦੇ ਉੱਪਰ, ਅਫਰੀਕਾ ਦੀਆਂ, ਨਿਊਯਾਰਕ ਦੀਆਂ, ਔਰ ਜੋ ਵੀ ਹਵਾਈ ਇਖਤਿਆਰ ਕੰਮ ਕਰਦੇ ਸੀ ਸ਼ਹਿਰ ਦੇ ਵਿੱਚ, ਉਹ ਉਹਦੇ ਉੱਪਰ ਮੇਰਾ ਅਧਿਕਾਰ ਸੀ, ਮੇਰੇ ਕੰਟਰੋਲ ਦੇ ਵਿੱਚ ਸੀ। ਸੋ ਉੱਥੇ ਸੜਕ ਜਾਂਦੀ ਇੱਕ ਨਿਊਯਾਰਕ ਦੇ ਵਿੱਚ 42 ਨੰਬਰ ਸੜਕ, ਸੋ ਉੱਥੇ ਦੁਸ਼ਟ ਆਤਮਾ ਆਉਣਾ ਚਾਹੁੰਦੀ ਸੀ। ਮੇਰੀ ਹਾਲਤ ਐਵੇਂ ਦੀ ਸੀ ਕਿ ਮੇਰੇ ਅੰਦਰ ਵਿਵੇਕ ਨਹੀਂ ਸੀ। ਇੱਕ ਵਾਰ ਮੈਂ ਆਪਣੇ ਸਕੇ ਭਰਾ ਨੂੰ ਜਾਦੂ ਟੂਣਾ ਕਰਕੇ ਉਹਨੂੰ ਮੈਂ 5 ਸਾਲ ਦੇ ਲਈ ਜੇਲ੍ਹ ਦੇ ਵਿੱਚ ਭੇਜ ਦਿੱਤਾ। ਅਤੇ ਉਸ ਤੋਂ ਬਾਅਦ ਇੱਕ ਹੋਰ ਮੇਰਾ ਭਰਾ ਸੀ, ਇੱਕ ਵਾਰ ਉਹ ਮੇਰੇ ਘਰ ਆਇਆ ਸੀ ਤਾਂ ਬੜੇ ਐਟੀਟਿਊਡ ਦੇ ਨਾਲ ਆਇਆ ਸੀ, ਤਾਂ ਮੈਂ ਉਹਦੇ ਉੱਪਰ ਸ਼ੈਤਾਨ ਦੀ ਸ਼ਕਤੀ ਨੂੰ ਭੇਜਿਆ, ਔਰ ਉਹਦੇ ਜੋ ਪੇਟ ਦਰਦ ਸੀ ਬਹੁਤ ਵੱਧ ਗਿਆ ਸੀ। ਇਹਦੀ ਗਵਾਹੀ ਮੇਰੀ ਮਾਂ ਦੇ ਸਕਦੀ ਆ। ਸੋ ਪਿਛਲੀ ਵਾਰ ਮੈਂ ਆਪਣੀ ਆਤਮਾ ਨੂੰ ਪੂਰੀ ਤਰ੍ਹਾਂ ਸ਼ੈਤਾਨ ਨੂੰ ਸੌਂਪ ਦਿੱਤਾ ਸੀ। ਇਸ ਸਰਮਨੀ ਦੇ ਵਿੱਚ ਮੈਂ ਆਪਣੇ ਕਿਸੇ ਜਾਨਵਰ ਦਾ ਖੂਨ ਪੀਤਾ ਸੀ, ਔਰ ਸੈਂਸੀ ਨੂੰ ਬੋਲਦੇ ਆ, ਜਿਹੜੀ ਫਰੈਂਚ ਦੇ ਨਾਲ ਕੀ ਆ ਸੰਪਰਕ ਹੁੰਦਾ ਹੈ ਹੈਸ਼ੀ ਦੇ ਨਾਲ। ਸੋ ਇਸ ਦੇ ਬਾਅਦ ਸ਼ੈਤਾਨ ਕੀ ਆ, ਮੈਂ ਸ਼ੈਤਾਨ ਦੇ ਨਾਲ ਮੀਟਿੰਗ ਹੁੰਦੀ ਸੀ, ਮੇਰੀ ਗੁਪਤ ਮੀਟਿੰਗ, ਜਿਹਦੇ ਵਿੱਚ ਇਲੂਮੀਨਾਟੀ ਵਾਲੋਕ ਵਿੱਚ ਆਉਂਦੇ ਸੀ, ਜਾਦੂਗਰ ਹੁੰਦੇ ਸੀ। ਸੋ ਅਸੀਂ ਜੋ ਮਸੀਹ ਲੋਕ ਕਮਜ਼ੋਰ ਸੀ, ਅਸੀਂ ਸੰਗਠਿਤ ਬਣਾਉਂਦੇ ਸੀ, ਅਸੀਂ ਗਰੁੱਪ ਮੀਟਿੰਗ ਕਰਦੇ ਸੀ, ਔਰ ਅਸੀਂ ਇੰਨੇ ਐਡਵਾਂਸ ਸੀ ਕਿ ਪਿਛਲੇ ਸਾਲ ਖ਼ਤਮ ਹੋਣ ਤੋਂ ਪਹਿਲਾਂ ਹੀ ਅਸੀਂ ਅਗਲੇ ਸਾਲ ਦੀ ਤਿਆਰੀ ਕਰ ਲੈਂਦੇ ਸੀ। ਸੋ ਇਸ ਤੋਂ ਬਾਅਦ ਮੈਂ ਇੱਕ ਸ਼ੈਤਾਨ ਤੋਂ 1 ਸਾਲ ਦੀ ਛੁੱਟੀ ਲੈਣਾ ਚਾਹੀ ਕਿ 1 ਸਾਲ ਮੈਂ ਕੰਮ ਨਹੀਂ ਕਰੂੰਗਾ। ਉਸ ਤੋਂ ਇਲਾਵਾ ਸ਼ੈਤਾਨ ਨੇ ਮੇਰੀਆਂ ਅੱਖਾਂ ਦੀ ਰੋਸ਼ਨੀ ਲੈ ਲਈ, ਔਰ 1 ਸਾਲ ਮੈਂ ਅੰਧਾ ਬਣ ਕੇ ਰਿਹਾ। ਇਹਦਾ ਸਰਟੀਫਿਕੇਟ ਵੀ ਮੇਰੇ ਕੋਲ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸ਼ੈਤਾਨ ਨੇ ਬੋਲਿਆ ਕਿ ਸੋਟੀ ਲੈ ਕੇ ਤੂੰ ਉਹਨੇ ਦੀ ਤਰ੍ਹਾਂ ਚੱਲਣਾ ਹੈ। ਸੋ ਇਹ ਬਹੁਤ ਭਿਆਨਕ ਸੀ। 1 ਸਾਲ ਤੱਕ ਮੈਂ ਦੇਖ ਨਹੀਂ ਸਕਿਆ। ਸੋ ਉਸ ਤੋਂ ਬਾਅਦ ਜਦ ਮੈਂ ਦੁਬਾਰਾ ਸ਼ੈਤਾਨ ਨੂੰ ਆਪਣਾ ਜੀਵਨ ਦੇ ਦਿੱਤਾ, ਤਾਂ 7 ਸਰਜਰੀ ਦੇ ਬਾਅਦ, 7 ਆਪਰੇਸ਼ਨ ਦੇ ਬਾਅਦ ਮੇਰੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ। ਸੋ ਜੇਕਰ ਤੁਸੀਂ ਸ਼ੈਤਾਨ ਦੇ ਨਾਲ ਪੰਗਾ ਲਓਗੇ, ਸ਼ੈਤਾਨ ਦੇ ਨਾਲ ਲੜੋਗੇ, ਤਾਂ ਤੁਹਾਨੂੰ ਮਰਨਾ ਪਊਗਾ, ਤੁਹਾਨੂੰ ਨੁਕਸਾਨ ਉਠਾਉਣਾ ਪਊਗਾ। ਪਰ ਪਰਮੇਸ਼ਰ ਦੇ ਨਾਲ ਐਵੇਂ ਨਹੀਂ ਹੈ। ਪਰਮੇਸ਼ਰ, ਜੇਕਰ ਤੁਸੀਂ ਕੁਛ ਪਰਮੇਸ਼ਰ ਦੇ ਵਿਰੁੱਧ ਬੁਰਾ ਕਰਦੇ ਹੋ ਜਾਂ ਤੁਸੀਂ ਪਰਮੇਸ਼ਰ ਨੂੰ ਦੁੱਖ ਦਿੰਦੇ ਹੋ, ਤਾਂ ਇੱਕ ਹੀ ਚੀਜ਼ ਨਜ਼ਰ ਆਉਂਦੀ ਹੈ ਤੁਹਾਡੇ ਘਰ ਦੇ ਵਿੱਚ, ਉਹ ਆ ਪਰਮੇਸ਼ਰ ਦੀ ਦਇਆ, ਉਹ ਪਰਮੇਸ਼ਰ ਦਾ ਪ੍ਰੇਮ ਆ। ਸੋ ਇੱਕ ਦਿਨ ਸ਼ੈਤਾਨ ਨੇ ਕਿਸੇ ਔਰਤ ਨੂੰ ਬੋਲਿਆ ਕਿ ਤੂੰ ਇਸ ਪੁਰਸ਼ ਕੋਲ ਨਹੀਂ ਜਾਣਾ, ਲੇਕਿਨ ਉਹ ਉਸ ਨੂੰ ਪਿਆਰ ਕਰਦੀ ਸੀ, ਉਸ ਦੇ ਕੋਲ ਗਈ, ਔਰ ਸ਼ੈਤਾਨ ਉਹਦੇ ਵਿੱਚ ਹੋ ਕੇ ਉਸ ਔਰਤ ਦੇ ਉੱਪਰ 17 ਹਥੌੜੇ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ, ਉਸ ਨੂੰ ਮਾਰ ਦਿੱਤਾ। ਸੋ ਇੱਕ ਦਿਨ ਮੈਂ ਆਪਣੇ ਘਰ ਵਿੱਚ ਬੈਠ ਕੇ, ਜਦ ਮੈਂ ਨਾਈਟ ਕਲੱਬ ਤੋਂ ਵਾਪਸ ਆਇਆ, ਤਾਂ ਘਰ ਵਿੱਚ ਬੈਠ ਕੇ ਇੱਕ ਜੈਰੀ ਸਟਰਿੰਗਰ ਨਾਮ ਦਾ ਸ਼ੋਅ ਮੈਂ ਦੇਖ ਰਿਹਾ ਸੀ। ਜਦ ਮੈਂ ਸ਼ੋਅ ਦੇਖ ਰਿਹਾ ਸੀ, ਉਹਦੇ ਵਿੱਚੋਂ ਇੱਕ ਨਿੰਮੀ ਜਿਹੀ ਆਵਾਜ਼ ਆਈ। ਉਹ ਆਵਾਜ਼ ਇਹ ਸੀ, ਮੈਨੂੰ ਬੋਲਦੀ ਸੀ, ਬੇਟੇ ਮੈਂ ਜਲਦ ਆ ਰਿਹਾ, ਤੂੰ ਆਪਣੇ ਜੀਵਨ ਨਾਲ ਕੀ ਕਰੇਗਾ। ਇਹ ਜਿਹੜੀ ਆਵਾਜ਼ ਸੀ, ਜਿਵੇਂ ਇੱਕ ਹਵਾ ਦਾ ਝੋਂਕਾ ਆਉਂਦਾ ਉਵੇਂ ਆਈ। ਮੈਂ ਸੋਚਿਆ ਕਿ ਇਹ ਆਵਾਜ਼ ਟੈਲੀਵਿਜ਼ਨ ਦੇ ਵਿੱਚੋਂ, ਪਰ ਨਹੀਂ, ਕਿਉਂਕਿ ਟੈਲੀਵਿਜ਼ਨ ਦੇ ਵਿੱਚ ਲੋਕ ਲੜ ਰਹੇ ਸੀ, ਮਰ ਰਹੇ ਸੀ,
ਇੱਕ ਦੂਸਰੇ ਨੂੰ ਮਾਰ ਰਹੇ ਸੀ, ਪਰ ਇਹ ਟੈਲੀਵਿਜ਼ਨ ਦੇ ਵਿੱਚੋਂ ਨਹੀਂ। ਇਹ ਆਵਾਜ਼ ਬਿਲਕੁਲ ਵੱਖਰੀ ਸੀ। ਇਹ ਵੱਖਰੀ ਕਿਉਂ ਸੀ? ਕਿਉਂਕਿ ਇਸ ਤੋਂ ਪਹਿਲਾਂ ਮੈਂ ਸ਼ੈਤਾਨ ਆਪਣੇ ਬਾਪ ਦੇ ਨਾਲ ਅੱਛੀ ਤਰ੍ਹਾਂ ਬੋਲਦਾ ਸੀ, ਗੱਲਬਾਤ ਕਰਦਾ ਸੀ, ਔਰ ਮੈਨੂੰ ਹਰ ਆਵਾਜ਼ ਨੂੰ ਪਹਿਚਾਨਣ ਦਾ ਤਜਰਬਾ ਸੀ ਕਿ ਇਹ ਆਵਾਜ਼ ਇਜ਼ਬਲ ਦੀ ਆ, ਇਹ ਆਵਾਜ਼ ਬੁੱਧਿਜ਼ਮ ਪ੍ਰਿੰਸਪੈਲਿਟੀ, ਮੁਸਲਿਮ ਧਰਮ ਦੇ ਸ਼ੈਤਾਨ ਦੀ। ਸੋ ਹਰ ਪ੍ਰਕਾਰ ਦੀ ਆਵਾਜ਼ ਨੂੰ ਮੈਂ ਪਹਿਚਾਨ ਸਕਦਾ ਸੀ। ਲੇਕਿਨ ਜੋ ਇਹ ਆਵਾਜ਼ ਸੀ ਇਹ ਬਹੁਤ ਹੀ ਅਲੱਗ ਸੀ, ਬਹੁਤ ਹੀ ਅਜੀਬ ਸੀ। ਸੋ ਇਸ ਕਰਕੇ ਇਸ ਆਵਾਜ਼ ਨੂੰ ਮੈਂ ਸੁਣਿਆ ਜੋ ਮੇਰੇ ਕੰਨਾਂ ਦੇ ਵਿੱਚ ਇਹ ਕਹਿੰਦੀ ਸੀ। ਉਸ ਤੋਂ ਬਾਅਦ ਮੈਂ ਦੇਖਿਆ ਕਿ ਇੱਕ ਮੇਰੇ ਦੂਸਰੇ ਬਿਲਡਿੰਗ ਦੇ ਪਾਰਟ ਵਿੱਚ ਦਰਸ਼ਨ ਵੇਖਿਆ ਕਿ ਇੱਕ ਬਹੁਤ ਵੱਡੀ ਇੱਕ ਅੱਗ ਆ ਪੂਰੇ ਸ਼ਹਿਰ ਦੇ ਵਿੱਚ, ਔਰ ਲੋਕ ਕੀ ਆ ਉਸ ਅੱਗ ਤੋਂ ਡਰਦੇ ਹੋਏ ਘਰਾਂ ਨੂੰ ਭੱਜਦੇ ਆ। ਫਿਰ ਉਸ ਤੋਂ ਬਾਅਦ ਮੈਂ ਜਾ ਕੇ ਆਪਣੇ ਬੈੱਡ 'ਤੇ ਸੌਂ ਗਿਆ, ਔਰ ਮੈਂ ਗਹਿਰੀ ਨੀਂਦ ਦੀ ਟੀ-ਸ਼ਰਟ ਮੇਰੇ ਮੂੰਹ ਦੇ ਉੱਪਰ ਪਾਈ ਸੀ। ਉਸ ਤੋਂ ਬਾਅਦ ਇੱਕ ਮੈਂ ਦਰਸ਼ਨ ਵੇਖਿਆ ਕਿ ਇੱਕ ਬਹੁਤ ਤੇਜ਼ ਟ੍ਰੇਨ ਆ, ਜਿਸ ਟ੍ਰੇਨ ਦੇ ਵਿੱਚ ਮੈਂ ਚੜ੍ਹਿਆ ਹਾਂ। ਉਹ ਟ੍ਰੇਨ ਇੰਨੀ ਕੁ ਤੇਜ਼ ਹੈ, ਇਸ ਤੋਂ ਪਹਿਲਾਂ ਮੈਂ ਕਦੀ ਨਹੀਂ ਦੇਖੀ, ਔਰ ਉਹ ਟ੍ਰੇਨ ਸਿੱਧੀ ਮੈਨੂੰ ਨਰਕ ਦੀ ਅੱਗ ਦੇ ਵਿੱਚ ਲੈ ਗਈ। ਜਦ ਮੈਂ ਉਸ ਨਰਕ ਦੀ ਅੱਗ ਦੇ ਵਿੱਚ ਸੁਪਨੇ ਦੇ ਵਿੱਚ ਜਾ ਰਿਹਾ ਸੀ ਤਾਂ ਮੈਂ ਬਹੁਤ ਡਰਾਵਨਾ ਸੀਨ ਸੀ, ਬਹੁਤ ਹੀ ਭਿਆਨਕ ਸੀ। ਉੱਥੋਂ ਗਰਮੀ ਨਿਕਲ ਰਹੀ ਸੀ, ਔਰ ਮੈਨੂੰ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸੀ, ਔਰ ਲੋਕਾਂ ਦੇ ਚਿਹਰੇ ਡਰੇ ਹੋਏ ਸੀ। ਲੋਕਾਂ ਦੇ ਚਿਹਰੇ ਸਾਫ਼ ਨਹੀਂ ਸੀ, ਪਰ ਉਹਨਾਂ ਦੇ ਉੱਪਰ ਇੱਕ ਮੌਤ ਦਾ ਡਰ ਸੀ। ਸੋ ਉਸ ਜਗ੍ਹਾ ਦੇ ਉੱਪਰ ਬਹੁਤ ਗਰਮੀ ਸੀ, ਬਹੁਤ ਘੁਟਨ ਸੀ ਜਿਸ ਜਗ੍ਹਾ 'ਤੇ ਮੈਂ ਸੀ। ਫਿਰ ਉਸ ਤੋਂ ਬਾਅਦ ਮੈਂ ਜਗ੍ਹਾ ਤੋਂ ਕੁਛ ਬਾਹਰ ਨਿਕਲਣ ਦਾ ਰਸਤਾ ਲੱਭਿਆ ਕਿ ਮੈਂ ਇੱਥੋਂ ਬਾਹਰ ਨਿਕਲਾਂ ਤਾਂ ਕਿ ਆਪਣੀ ਅਸਲ ਜ਼ਿੰਦਗੀ 'ਚ ਜਾ ਸਕਾਂ। ਸੋ ਜਦ ਕੀ ਉਹ ਮੈਂ ਗਿਆ ਤਾਂ ਖਿੜਕੀ ਕੁਛ ਸੋਚਿਆ ਕਿ ਉਹ ਕੁਛ ਦਰਵਾਜ਼ਾ ਹੋਊਗਾ, ਪਰ ਉਹ ਮੈਨੂੰ ਨਹੀਂ ਸੀ ਲੱਭਾ, ਕਿਉਂਕਿ ਇਹ ਜਿਹੜੀ ਜਗ੍ਹਾ ਸੀ, ਮੈਂ ਤੁਹਾਨੂੰ ਜਾ ਸਕਦਾ ਕਿ ਜਗ੍ਹਾ ਇੱਕ ਗਹਿਰਾ ਖੱਡੇ ਵਾਂਗੂ ਸੀ ਜਿੱਥੇ ਅੰਧਕਾਰ ਸੀ, ਔਰ ਇੱਕ ਚਾਦਰ ਜੋ ਅੰਧੇਰੇ ਦੀ ਚਾਦਰ ਤੁਹਾਨੂੰ ਆ ਕੇ ਲਪੇਟ ਲੈਂਦੀ ਹੈ, ਜਿੱਥੇ ਤੁਹਾਡਾ ਕੋਈ ਵੱਸ ਨਹੀਂ ਚੱਲਦਾ, ਜਿੱਥੇ ਤੁਹਾਡਾ ਸਾਹ ਲੈਣਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਦੀ ਉਹ ਭਿਆਨਕ ਸੀਨ ਸੀ। ਸੋ ਜਦ ਮੈਂ ਕੋਸ਼ਿਸ਼ ਕਰ ਰਿਹਾ ਸੀ ਉਸ ਜਗ੍ਹਾ ਤੋਂ ਨਿਕਲਣ ਦੀ ਕਿ ਮੈਂ ਇਸ ਜਗ੍ਹਾ ਤੋਂ ਬਾਹਰ ਨਿਕਲ ਜਾਵਾਂ, ਤਾਂ ਮੇਰੇ ਲਈ ਬਹੁਤ ਮੁਸ਼ਕਿਲ ਸੀ, ਔਰ ਮੇਰਾ ਦਮ ਉਸ ਜਗ੍ਹਾ 'ਤੇ ਘੁੱਟ ਰਿਹਾ ਸੀ। ਸੋ ਇਹ ਸਭ ਜਦ ਮੈਂ ਦੇਖਿਆ, ਜਦ ਗਿਆ, ਮੇਰੇ ਸਾਹਮਣੇ ਇੱਕਦਮ ਸ਼ੈਤਾਨ ਪ੍ਰਗਟ ਹੋਇਆ ਜੋ ਮੇਰਾ ਬਾਪ ਸੀ, ਔਰ ਮੈਂ ਉਸ ਸ਼ੈਤਾਨ ਦੇ ਨਾਲ ਗੱਲ ਕੀਤੀ। ਡੈਮੋਨਿਕ ਸਪਿਰਿਟ ਦੇ ਵਿੱਚ, ਗੈਰ ਭਾਸ਼ਾ ਦੇ ਵਿੱਚ ਮੈਂ ਗੱਲ ਕੀਤੀ, ਔਰ ਸ਼ੈਤਾਨ ਨੇ ਮੈਨੂੰ ਬੋਲਿਆ ਕਿ ਤੂੰ ਮੈਨੂੰ ਛੱਡਣਾ ਚਾਹੁੰਦਾ ਹੈ। ਲੇਕਿਨ ਮੈਂ ਸ਼ੈਤਾਨ ਨੂੰ ਬੋਲਿਆ ਕਿ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ, ਮੈਂ ਕਨਫਿਊਜ਼ ਹਾਂ, ਮੈਂ ਪਰੇਸ਼ਾਨ ਹਾਂ। ਲੇਕਿਨ ਸ਼ੈਤਾਨ ਨੇ ਬੋਲਿਆ ਮੈਨੂੰ ਪਤਾ ਤੂੰ ਮੈਨੂੰ ਛੱਡਣਾ ਚਾਹੁੰਦਾ ਆ, ਔਰ ਮੈਂ ਤੈਨੂੰ ਜਾਣਦਾ ਹਾਂ ਕਿ ਮੈਂ ਤੈਨੂੰ ਹਰ ਤਰ੍ਹਾਂ ਦਾ ਸੁੱਖ, ਆਰਾਮ, ਦੌਲਤ, ਸ਼ੌਹਰਤ ਦਿੱਤਾ, ਔਰ ਮੈਨੂੰ ਪਤਾ ਹੈ ਤੂੰ ਮੇਰੇ ਧਰਮ ਨੂੰ ਐਕਸਪੋਜ਼ ਕਰੇਗਾ, ਨੰਗਾ ਕਰੇਗਾ, ਔਰ ਲੋਕਾਂ ਨੂੰ ਦੱਸੇਗਾ। ਲੇਕਿਨ ਜਦ ਇਹ ਸਾਡੀ ਵਾਰਤਾਲਾਪ ਚੱਲ ਰਹੀ ਸੀ ਤਾਂ ਮੈਨੂੰ ਯਾਦ ਹੈ ਕਿ ਸਭ ਇੱਕ ਗੈਰ ਭਾਸ਼ਾ ਸ਼ੈਤਾਨ ਨੇ ਮੈਨੂੰ ਗਲੇ ਤੋਂ ਫੜ ਕੇ ਮਾਰਨਾ ਚਾਹਿਆ, ਪਰ ਉਸੇ ਵਕਤ ਮੈਨੂੰ ਪ੍ਰਭੂ ਯੀਸ਼ੂ ਮਸੀਹ ਦੀ ਸਲੀਬ ਨਜ਼ਰ ਆਈ, ਔਰ ਉਸ ਸਲੀਬ ਨੂੰ ਦੇਖ ਕੇ ਔਰ ਮੈਂ ਦੇਖਿਆ ਕਿ ਉਸ ਨਰਕ ਦੀ ਅੱਗ ਦੇ ਵਿੱਚ ਵੀ 3 ਤੋਂ 4 ਜਿਹੜੀਆਂ ਕ੍ਰੋਸ ਸੀ ਉਹ ਨਜ਼ਰ ਆਈਆਂ। ਔਰ ਉਸ ਤੋਂ ਬਾਅਦ ਇਹ ਸ਼ੈਤਾਨ ਇੱਕ ਬੱਚੇ ਦੀ ਤਰ੍ਹਾਂ ਰੋਣ ਲੱਗਾ, ਇੱਕ ਬੱਚੇ ਦੀ ਤਰ੍ਹਾਂ ਉਹ ਖਤਮ ਹੋ ਗਿਆ, ਉਹ ਪਿਘਲ ਗਿਆ ਕਰੂਸ ਦੇ ਵਿੱਚ। ਪ੍ਰਭੂ ਯੀਸ਼ੂ ਮਸੀਹ ਦੀ ਸਲੀਬ ਦੇ ਵਿੱਚ ਇੰਨੀ ਤਾਕਤ। ਔਰ ਮੈਂ ਸੋਚਦਾ ਕਿ ਜਿਸ ਜਗ੍ਹਾ 'ਤੇ ਮੈਂ ਗਿਆ ਸੀ ਉਸ ਜਗ੍ਹਾ ਤੋਂ ਮੈਨੂੰ ਮੇਰੀ ਫੈਮਿਲੀ, ਮੇਰਾ ਪਰਿਵਾਰ ਵੀ ਵਾਪਸ ਨਾ ਲੈ ਕੇ ਆ ਸਕਦਾ, ਕਿਉਂਕਿ ਜਗ੍ਹਾ ਬਹੁਤ ਗਹਿਰੀ ਸੀ, ਉੱਥੇ ਮੌਤ ਦਾ ਡਰ ਸੀ। ਤਾਂ ਉਸ ਤੋਂ ਬਾਅਦ ਫਿਰ ਸ਼ੈਤਾਨ ਨੇ ਦੁਬਾਰਾ ਮੈਨੂੰ ਮਾਰਨਾ ਚਾਹਿਆ, ਔਰ ਉਸ ਤੋਂ ਬਾਅਦ ਮੈਨੂੰ ਜੋ ਨਰਕ ਦਾ ਜੋ ਸੀਨ ਸੀ, ਜੋ ਦ੍ਰਿਸ਼ ਸੀ, ਉਹ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਭੁੱਲ ਨਹੀਂ ਸਕਦਾ। ਔਰ ਜਦ
ਦੁਬਾਰਾ ਮੈਨੂੰ ਮਾਰਨ ਲੱਗਾ ਸੀ शैतान, ਉਹਦੇ ਵਿੱਚ ਆ ਕੇ प्रभु यीशु मसीह की सलीब खड़ी हो गई और शैतान ने मैनू बोलिया कि तेरे शरीर के उपर जो निशान मैं बनाए हैं वो मेरे कॉन्ट्रैक्ट का हिस्सा है। मैं तेनों मार दूँगा, तेनों नाश कर दूँगा, तेनों मैं ख़त्म कर दूँगा, क्योंकि तू सारा कुछ मेरे लिए जानता है। तेनों सब पता है जो उस नरक की अग दे विच जिथे मैनू कोई छुड़ाउण वाला नहीं सी, उहदे विच मेरा प्रभु उतर आया। उसका प्यार बहुत गहरा आ, वो बहुत प्यार करता है। मैं बुरा सी, मैं शैतान दे काम करने वाला सी, लेकिन उसका अनुग्रह, उसकी कृपा मैनू नरक दे विच भी मिली, जिसने मैनू ये समझाया कि वो मैनू कितना प्यार करता है। उस तो बाद मैनू महसूस होने लगा कि प्रभु यीशु मसीह मैनू बहुत प्यार करता है। मेरे को प्रभु ने मैनू बोलिया, तेरे लिए मेरी बहुत वड्डी योजना है। सो मैनू महसूस है परमेश्वर मैनू कितना प्यार करता। मेरे को तकरीबन 1 लाख अमरीकी डॉलर का समान सी, जो मैं सब नू कदी दोबारा छुया नहीं, सुट दिता। पर उस तो बाद जो शैतान और उहदियां शक्तियां, क्योंकि उन्होंने पता सी कि ये साढ़े बारे बहुत कुछ जानता है, सो शैतान दी शक्तियाँ जो कैनेडा, अमेरिका, हैती दे विच काम करने वालियां सी, और सब ने मैनू मारन दा योजना बनाई, मारन दा प्लान बनाया। और उन्होंने मैनू, शैतान ने बोला कि असी तेनू खत्म कर देवांगे, तेनू मार देवांगे। लेकिन मैनू तो प्रार्थना भी करनी नहीं सी आउंदी, मैं की करा। फिर उस तो बाद मैं समर्पण किया प्रभु के सामने। जब एक दिन प्रार्थना कर रहा सी, विश्वास कर रहा सी, सो विश्वास के नाल, प्रार्थना के नाल जब शैतान एक बार फिर आया, तद प्रभु नू मैं बोलिया, प्रभु तू मैनू जे प्यार करदा, मैनू पहला क्यों नहीं बचाया? मेरा जीवन तू क्यों एवें होन दिता? प्रभु ने मैनू बोलिया, मैं तेन बहुत प्यार करता है, पर सवाल सी कि तू मेरे ते कितना भरोसा करता है। फिर उस तो बाद मैनू यकीन हो गया कि सचमुच उसका प्यार कितना गहरा है। उसदे प्यार की कोई कीमत नहीं है। उसका प्यार इन्ना गहरा है जो नरक दे विच भी चला गया, जिसने मैनू उत्थों कढ़ लिया। कोई भी उत्थों बाहर नहीं निकल सकता, लेकिन मैनू प्रभु ने उत्थों कढ़िया। लेकिन इस तो बाद शैतान ने मेरे आके बोलिया, और मैनू बोलिया कि तेरे शरीर दे विच जो निशान सी, वो मेरा कॉन्ट्रैक्ट सी तेरे नाल। लेकिन मैं बोलिया मेरा जीवन हुण प्रभु दा है, मैनू उहदी महिमा दे लई इस्तेमाल करूँगा। सो इस प्रकार मेरे जीवन नू परमेश्वर ने तब्दील किया, बदलिया, और एक मैनू नवा इंसान बनने लई परमेश्वर ने मौका दिता। हो सकता कोई भी मेरा चाहने वाला, मेरे रिश्तेदार मैनू ना बुला पाते, लेकिन अज मैं सेवा कर रहा प्रभु की 14 साल हो गया, और मैं जो सेवा कर रहा मैनू विश्वास है वो समा आऊगा जब हालेलुया नाम की सड़क के उपर जॉन रेमरिज का एक घर बने होगा जो स्वर्ग के विच, और प्रभु मैनू बोलूगा, मेरे वफादार दास मेरे को आमीन। सो तुसी सब ने देखा किस प्रकार ये प्रभु की सेवा दे विच लग गए, और हुण भी प्रभु की सेवा करते हैं। इन्होंने अपने जीवन के उपर एक किताब लिखी है जिसका नाम है आउट ऑफ द डेवल्स कंट्रोल। सो
ਇਹ ਵੀਡੀਓ ਕਿਵੇਂ ਦਾ ਲੱਗਾ ਤੁਸੀਂ ਸਭ ਨੇ ਜ਼ਰੂਰ ਕਮੈਂਟ ਕਰਕੇ ਦੱਸਣਾ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਵੇਂ ਦੀਆਂ ਵੀਡੀਓ ਹੋਰ ਲੈ ਕੇ ਆਵਾਂਗੇ, ਔਰ ਤਾਂ ਕਿ ਤੁਹਾਨੂੰ ਆਤਮਿਕਤਾ ਦੇ ਵਿੱਚ ਪਰਮੇਸ਼ਰ ਹੋਰ ਵਧਾਵੇ।